ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਆਪਾਂ ਤੁਹਾਡੇ ਲਈ ਟੈਸਟ ਨੰਬਰ 43 ਦਾ ਪਹਿਲਾ ਪਾਰਟ ਲੈ ਕੇ ਆਏ ਹਾਂ। ਤੇ ਕਰਦੇ ਹਾਂ ਜੀ ਸਟਾਰਟ ਬਿਨਾਂ ਕਿਸੇ ਦੇਰੀ ਤੋਂ। ਫਸਟ ਕੁਐਸਚਨ ਹੈ ਜੀ ਆਪਣੇ ਕੋਲ, ਇਜ਼ ਆ ਡਰਾਈਵਰ ਆਫ ਆ ਪੈਸੇਂਜਰ ਕਾਰ, ਕਿ ਇੱਕ ਨੋਰਮਲ ਕਾਰ ਦਾ ਪੈਸੇਂਜਰ ਕਾਰ ਦਾ ਡਰਾਈਵਰ ਰਿਕੁਆਇਰ ਟੂ ਮਾਰਕ ਅ ਲੋਡ, ਕਿ ਉਹਨੂੰ ਜ਼ਰੂਰੀ ਹੈਗਾ ਵਾ, ਰਿਕੁਆਇਰਡ ਹੈ ਕਿ ਉਹ ਮਾਰਕ ਕਰੇ, ਨਿਸ਼ਾਨ ਲਾਵੇ ਇੱਕ ਲੋਡ ਦੇ ਉੱਪਰ। ਦੈਟ ਪ੍ਰਟਿਊਡਸ ਫਰੋਮ ਬਿਹਾਈਂਡ, ਪ੍ਰਟਿਊਡਸ ਦਾ ਮਤਲਬ ਹੁੰਦਾ ਲਟਕਣਾ, ਜੋ ਕਿ ਲਟਕ ਰਿਹਾ ਹੈ ਫਰੋਮ ਬਿਹਾਈਂਡ ਪਿੱਛੇ ਤੋਂ। ਵੈਨ ਟਰੈਵਲਿੰਗ ਡਿਊਰਿੰਗ ਦਾ ਡੇ, ਜਦੋਂ ਕਿ ਤੁਸੀਂ ਟਰੈਵਲ ਕਰ ਰਹੇ ਹੋ, ਗੱਡੀ ਚਲਾ ਰਹੇ ਹੋ ਦਿਨ ਦੇ ਦੌਰਾਨ। ਠੀਕ ਹੈ ਜੀ। ਆਪਸ਼ਨ ਹੈਗਾ ਨੋ, ਇਟ ਇਜ਼ ਓਨਲੀ ਮੈਂਡੇਟਰੀ ਫॉर ਟਰੱਕਸ। ਬੀ ਹੈਗਾ ਯੈਸ, ਯੂਜ਼ਿੰਗ ਰੈੱਡ ਕਲੋਥ। ਅਤੇ ਸੀ ਹੈਗਾ ਯੈਸ, ਇਟ ਮਸਟ ਬੀ ਸਿਗਨਲਡ ਵਿਦ ਆ ਰੈਗੂਲੇਸ਼ਨ ਪੈਨਲ। ਜਿਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਹਾਂ ਜਦੋਂ ਵੀ ਕਦੇ ਲਟਕਦਾ ਹੈਗਾ ਵਾ ਲੋਡ ਬੈਕ ਸਾਈਡ ਤੋਂ ਗੱਡੀ ਦੇ ਪੈਸੇਂਜਰ ਕਾਰ ਦੇ, ਤਾਂ ਸਾਨੂੰ ਉਹਨੂੰ ਸਿਗਨਲ ਕਰਨਾ ਚਾਹੀਦਾ। ਕਿਹਦੇ ਨਾਲ ਕਰਨਾ ਚਾਹੀਦਾ? ਵਿਦ ਅ ਰੈਗੂਲੇਸ਼ਨ ਪੈਨਲ। ਰੈਗੂਲੇਸ਼ਨ ਪੈਨਲ ਕਿਹੜੀ ਹੁੰਦੀ ਹੈ? ਜਿਹੜੀ ਅਗਰ ਤੁਸੀਂ ਦੇਖੀ ਹੋਵੇ ਚਿੱਟੇ ਅਤੇ ਲਾਲ ਰੰਗ ਦੀਆਂ ਪੱਟੀਆਂ ਦੀ ਇੱਕ ਫੱਟੀ ਜਿਹੀ ਬਣੀ ਹੁੰਦੀ ਹੈ, ਉਹਦੇ ਨਾਲ ਸਾਨੂੰ ਇਹਨੂੰ ਸਿਗਨਲ ਕਰਨਾ ਹੈਗਾ ਵਾ, ਮਾਰਕ ਕਰਨਾ ਹੈਗਾ ਲੋਡ ਨੂੰ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਔਨ ਐਨ ਅਰਬਨ ਰੋਡ, ਮਤਲਬ ਕਿ ਇੱਕ ਸ਼ਹਿਰੀ ਰੋਡ ਦੇ ਉੱਪਰ। ਇਟ ਇਜ਼ ਮੈਂਡੇਟਰੀ, ਇਹ ਜ਼ਰੂਰੀ ਹੈਗਾ ਟੂ ਲੋਡ ਐਂਡ ਅਨਲੋਡ, ਕਿ ਮਤਲਬ ਲੋਡ ਅਤੇ ਅਨਲੋਡ ਦਾ ਮਤਲਬ ਹੈਗਾ ਕਿ ਕੋਈ ਸਮਾਨ ਲਾਉਣਾ ਜਾਂ ਲੱਦਣਾ। ਠੀਕ ਹੈ, ਲੱਦਣਾ ਜਾਂ ਲਾਉਣਾ ਹੈ ਨਾ। ਲੋਡ ਦਾ ਮਤਲਬ ਹੁੰਦਾ ਲੱਦਣਾ, ਅਨਲੋਡ ਦਾ ਮਤਲਬ ਲਾਉਣਾ। ਆਪਸ਼ਨ ਇਹਦੇ 'ਚ ਕਿੱਦਾਂ, ਫੋਲੋਇੰਗ ਦਾ ਇੰਸਟਰਕਸ਼ਨ ਆਫ ਦਾ ਲੋਕਲ ਅਥੋਰਟੀਜ਼। ਵੀ ਹੈਗਾ ਆਲਵੇਜ਼ ਬਾਈ ਦਾ ਸਾਈਡ ਕਲੋਜ਼ੈਸਟ ਟੂ ਦਾ ਐਜ ਆਫ ਦਾ ਰੋਡਵੇ। ਅਤੇ ਸੀ ਹੈਗਾ ਰਿਸਪੈਕਟਿੰਗ ਓਨਲੀ ਸਾਈਨੇਜ ਅਬਾਊਟ ਸਟੋਪਿੰਗ ਐਂਡ ਪਾਰਕਿੰਗ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ ਹੈ ਜੋ ਵੀ ਇੰਸਟਰਕਸ਼ਨਸ ਹਦਾਇਤਾਂ ਦਿੱਤੀਆਂ ਗਈਆਂ ਹੈ ਆਫ ਦਾ ਲੋਕਲ ਅਥੋਰਟੀ, ਜੋ ਕਿ ਲੋਕਲ ਮਤਲਬ ਅਥੋਰਟੀਜ਼ ਹੈਗੀਆਂ, ਅਧਿਕਾਰੀਆਂ ਹੈਗੇ ਆ ਉਹਨਾਂ ਵੱਲੋਂ, ਕਿ ਆਪਾਂ ਕਿੱਦਾਂ ਉੱਥੇ ਸਮਾਨ ਲਾਉਣਾ ਹੈ ਵਾ ਇੱਕ ਸ਼ਹਿਰੀ ਰੋਡ ਦੇ ਅੰਦਰ। ਠੀਕ ਹੈ ਜੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਦਿਸ ਸਾਈਨ, ਕਿ ਜਿਹੜਾ ਆਪਾਂ ਸਾਈਨ ਦੇਖਦੇ ਪਏ ਹਾਂ, ਇੰਡੀਕੇਟਸ ਦਰਸਾ ਰਿਹਾ ਹੈ ਜਾਂ ਦੱਸ ਰਿਹਾ ਹੈ ਡੇਂਜਰ ਬਿਕੋਜ਼ ਆਫ, ਖਤਰਾ ਬਿਕੋਜ਼ ਆਫ ਕਿਹਦੇ ਕਰਕੇ? ਆਪਸ਼ਨ ਹੈਗਾ ਗਸਟਿੰਗ ਵਿੰਡਸ। ਬੀ ਹੈਗਾ ਦਾ ਐਗਜ਼ਿਸਟੈਂਸ ਆਫ ਐਨ ਓਵਰਪਾਸ ਔਨ ਦਾ ਰੋਡਵੇ। ਅਤੇ ਸੀ ਹੈਗਾ ਦਾ ਪੋਸੀਬਿਲਿਟੀ ਆਫ ਲੈਂਡ ਸਲਾਈਡਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਗਸਟਿੰਗ ਵਿੰਡਸ, ਮਤਲਬ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ ਝੋਂਕਾ ਜਿਹਾ ਆਉਣਾ, ਮਤਲਬ ਇੱਕਦਮ ਹਵਾ ਵੱਜਣੀ, ਤਾਂ ਉਹਨੂੰ ਬੋਲਦੇ ਆ ਗਸਟ ਵਿੱਚ। ਤਾਂ ਇੱਦਾਂ ਦੀ ਹਵਾ ਜਦੋਂ ਆਉਂਦੀ ਹੈ ਔਰ ਜਿਹੜੀ ਜਗ੍ਹਾ 'ਤੇ ਆਉਂਦੀ ਹੈ ਉੱਥੇ ਇਸ ਸਾਈਨ ਨੂੰ ਵਰਤਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਡਜ਼ ਅ ਟੈਂਪਰੇਰੀ ਸਾਈਨ ਵਿਦ ਅ ਫਿਕਸਡ ਰੈੱਡ ਲਾਈਟ ਇੰਡੀਕੇਟ, ਕਿ ਇਹ ਫਿਕਸ ਕੀਤੀ ਹੋਈ ਰੈੱਡ ਲਾਈਟ ਹੈ, ਮਤਲਬ ਕਿ ਰੈੱਡ ਹੀ ਰਹਿਣੀ ਆ, ਇੱਦਾਂ ਹੀ ਚੇਂਜ ਨਹੀਂ ਹੋਣੀ, ਲੇਕਿਨ ਇਹ ਟੈਂਪਰੇਰੀ ਤੌਰ 'ਤੇ ਲਗਾਈ ਗਈ ਹੈ ਨਾ, ਕੁਛ ਸਮੇਂ ਦੇ ਲਈ ਹੈਗਾ ਇਹ ਸਾਈਨ। ਤਾਂ ਇਹ ਕੀ ਦੱਸ ਰਿਹਾ ਸਾਨੂੰ? ਆਪਸ਼ਨ ਹੈਗਾ ਦੈਟ ਫਰੋਮ ਦਿਸ ਸਾਈਨ ਔਨਵਰਡਸ ਦਾ ਡਰਾਈਵਰ ਮਸਟ ਸਲੋ ਡਾਊਨ। ਬੀ ਹੈਗਾ ਦੈਟ ਦਾ ਡਰਾਈਵਰ ਮਸਟ ਸਟੋਪ ਅੰਟਿਲ ਦਾ ਲਾਈਟ ਚੇਂਜਸ ਟੂ ਗ੍ਰੀਨ। ਅਤੇ ਸੀ ਹੈ ਦੈਟ ਦਾ ਰੋਡ ਇਜ਼ ਕੰਪਲੀਟਲੀ ਕਲੋਜ਼ਡ ਟੂ ਟ੍ਰੈਫਿਕ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਜਿਹੜਾ ਰੋਡ ਹੈਗਾ ਵਾ ਕੰਪਲੀਟ ਤੌਰ 'ਤੇ ਪੂਰੀ ਤਰੀਕੇ ਨਾਲ ਕਲੋਜ਼ ਹੈਗਾ ਇਸ ਟਾਈਮ ਟ੍ਰੈਫਿਕ ਦੇ ਲਈ। ਠੀਕ ਹੈ ਜੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 5 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ, ਮੋਟਰਸਾਈਕਲਸ ਮੋਰ ਦੈਨ 5 ਈਅਰਸ ਓਲਡ, ਕਿ ਮੋਟਰਸਾਈਕਲ ਜਿਹੜੇ ਕਿ 5 ਸਾਲ ਤੋਂ ਪੁਰਾਣੇ ਆ, ਹੈ ਨਾ, ਮਸਟ ਪਾਸ ਦਾ MOT, ਉਹਨਾਂ ਨੂੰ ਪਾਸ ਕਰਨੀ ਚਾਹੀਦੀ ਹੈ ਆਪਣੀ MOT। MOT ਵੈਸੇ ਵਰਡ ਯੂਜ਼ ਹੁੰਦਾ ਹੈ UK ਦੇ ਲਈ, ਆਪਣੇ ਇੱਥੇ ਯੂਜ਼ ਹੁੰਦਾ ਹੈ ITV। ਠੀਕ ਹੈ। ਤਾਂ ਮਤਲਬ ਉਹ ਕਦੋਂ ਪਾਸ ਕਰਨਗੇ ਆਪਣੀ MOT ਜਾਂ ITV। ਠੀਕ ਹੈ, ਪੇਪਰ ਵਿੱਚ ਹੀ ਇੱਦਾਂ ਹੀ ਦੋਵੇਂ ਵਰਡ ਯੂਜ਼ ਹੋ ਸਕਦੇ ਆ। ਤਾਂ ਆਪਸ਼ਨ ਇਹ ਕਹਿੰਦਾ ਐਵਰੀ ਈਅਰ, ਬੀ ਹੈਗਾ ਐਵਰੀ 2 ਈਅਰਸ,
ਤੇ ਸੀ ਹੈਗਾ ਐਵਰੀ 5 ਈਅਰਸ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਹਰ 2 ਸਾਲ ਬਾਅਦ ਇੱਕ 5 ਸਾਲ ਪੁਰਾਣੇ ਮੋਟਰਸਾਈਕਲ ਦੀ ITV ਹੋਏਗੀ, MOT ਹੋਵੇਗੀ। ਔਰ ਜਿੰਨੀ ਉਮਰ ਹੋਏਗੀ ਮੋਟਰਸਾਈਕਲ ਦੀ ਉਹਦੀ MOT ਜਾਂ ITV ਹਰ 2 ਸਾਲ ਬਾਅਦ ਹੀ ਹੁੰਦੀ, ਕਿ ਸਿਰਫ ਉਹਦੀ ਪਹਿਲੀ ਜਿਹੜੀ ITV ਹੈਗੀ ਆ ਉਹ 4 ਸਾਲ ਬਾਅਦ ਹੁੰਦੀ ਹੈ। ਉਸ ਤੋਂ ਬਾਅਦ ਹਮੇਸ਼ਾ ਲਈ ਹੀ ਉਹਦੀ 2 ਸਾਲ ਬਾਅਦ ITV ਹੋਏਗੀ। ਜਦ ਕਿ ਗੱਡੀਆਂ ਦੇ ਕੇਸ ਵਿੱਚ ਥੋੜ੍ਹਾ ਡਿਫਰੈਂਟ ਹੈਗਾ ਵਾ, ਪਹਿਲੀ MOT 4 ਸਾਲ ਬਾਅਦ ਔਰ 10 ਸਾਲ ਤੱਕ 2 ਸਾਲ ਬਾਅਦ ਹੁੰਦੀ ਹੈ MOT, ਔਰ ਉਸ ਤੋਂ ਬਾਅਦ 1 ਸਾਲ ਬਾਅਦ ਹੋਣੀ ਸ਼ੁਰੂ ਹੋ ਜਾਂਦੀ ਹੈ। ਮੰਨ ਲਓ ਜਿਵੇਂ ਤੈਨੂੰ ਕੁਐਸਚਨ ਕਰਕੇ 11 ਸਾਲ ਪੁਰਾਣੀ ਗੱਡੀ ਦੀ MOT ਕਿੰਨੇ ਚਿਰ ਬਾਅਦ ਹੋਏਗੀ, ਤਾਂ ਆਪਾਂ ਕਹਾਂਗੇ ਐਵਰੀ ਈਅਰ। ਠੀਕ ਹੈ ਜੀ, ਤਾਂ ਇੱਕ ਛੋਟੀ ਜਿਹੀ ਐਕਸਟਰਾ ਇਨਫੋਰਮੇਸ਼ਨ ਸੀਗਾ। ਆਈ ਹੋਪ ਯੂ ਲਾਈਕ ਇਟ। ਤਾਂ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਆ ਕਾਰ ਫॉर ਪ੍ਰਾਈਵੇਟ ਯੂਜ਼। ਮੈਂ ਜਿਹੜੇ ਹੁਣੇ ਕੁਐਸਚਨ ਦੀ ਗੱਲ ਕਰ ਰਿਹਾ ਸੀਗਾ ਉਹ ਆ ਚੁੱਕਾ ਆਪਣੇ ਕੋਲ। ਆ ਪ੍ਰਾਈਵੇਟ ਆ ਕਾਰ ਫॉर ਪ੍ਰਾਈਵੇਟ ਯੂਜ਼, ਕਿ ਇੱਕ ਕਾਰ ਜਿਹੜੀ ਆਪਾਂ ਘਰ ਵਾਸਤੇ ਵਰਤਦੇ ਹਾਂ, ਪ੍ਰਾਈਵੇਟ ਤੌਰ 'ਤੇ ਵਰਤਦੇ ਹੈਗੇ ਆ। ਦੈਟ ਇਜ਼ 11 ਈਅਰਸ ਓਲਡ, ਜੋ ਕਿ 11 ਸਾਲ ਪੁਰਾਣੀ ਹੈਗੀ ਹੈ। ਮਸਟ ਅੰਡਰਗੋ, ਉਹਨੂੰ ਗੁਜ਼ਰਨਾ ਪਏਗਾ ਪੀਰੀਓਡਿਕ ਟੈਕਨੀਕਲ ਇੰਸਪੈਕਸ਼ਨ, ਜਿਹੜੀ ਕਿ ਵਾਰ ਹੁੰਦੀ ਹੈ ਟੈਕਨੀਕਲ ਇੰਸਪੈਕਸ਼ਨ। ਉਹਦੇ ਵਿੱਚੋਂ ਆਪਸ਼ਨ ਇਹਦੇ ਕਹਿੰਦਾ ਐਵਰੀ 2 ਈਅਰਸ, ਬੀ ਹੈਗਾ ਐਵਰੀ 4 ਈਅਰਸ, ਅਤੇ ਸੀ ਹੈਗਾ ਐਵਰੀ ਈਅਰ। ਤਾਂ ਜਿਵੇਂ ਹੁਣੇ ਆਪਾਂ ਡਿਸਕਸ ਕੀਤਾ ਕਿ 10 ਸਾਲ ਤੋਂ ਬਾਅਦ ਗੱਡੀ ਦੀ ਹਰ ਸਾਲ ਬਾਅਦ ਟੈਕਨੀਕਲ ਇੰਸਪੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਆਪਣਾ ਆਨਸਰ ਕਲੀਅਰ ਹੈ, ਆਪਸ਼ਨ ਸੀ, ਕਿ ਐਵਰੀ ਈਅਰ, ਮਤਲਬ ਕਿ ਹਰ ਸਾਲ ਹੀ ਹੁਣ ਟੈਕਨੀਕਲ ਇੰਸਪੈਕਸ਼ਨ ਹੋਏਗੀ ਜਦੋਂ ਗੱਡੀ 11 ਸਾਲ ਪੁਰਾਣੀ ਹੈਗੀ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 7 ਨੰਬਰ, ਵਾਟ ਮੇ ਬੀ ਅਫੈਕਟਡ, ਕਿ ਕੀ ਪ੍ਰਭਾਵਿਤ ਹੋ ਸਕਦਾ ਹੈ ਇਫ ਯੂ ਚੇਂਜ ਦਾ ਫੇਅਰਿੰਗ, ਅਗਰ ਤੁਸੀਂ ਬਦਲਦੇ ਹੋ ਫੇਅਰਿੰਗ ਆਫ ਆ ਮੋਟਰਸਾਈਕਲ, ਇੱਕ ਮੋਟਰਸਾਈਕਲ ਦੀ। ਫੇਅਰਿੰਗ ਕਿਹਨੂੰ ਕਹਿੰਦੇ ਹੈਗੇ ਆ, ਤੁਸੀਂ ਦੇਖਿਆ ਹੋਣਾ ਕਈ ਮੋਟਰਸਾਈਕਲ ਦੇ ਉੱਪਰ ਸਟਰਕਚਰ ਬਣਿਆ ਹੁੰਦਾ ਹੈ, ਜਿਵੇਂ ਕਹਿ ਲਓ ਛੱਤ ਬਣੀ ਹੋਈ ਹੈ, ਆਸੇ ਪਾਸੇ ਸ਼ੀਸ਼ੇ ਵੀ ਲੱਗੇ ਹੁੰਦੇ ਆ ਗੱਡੀਆਂ ਵਾਂਗੂ, ਤਾਂ ਉਹਨੂੰ ਮੋਟਰਸਾਈਕਲ ਦੇ ਲਈ ਵਰਡ ਯੂਜ਼ ਕਰ ਲੈਂਦੇ ਆ ਫੇਅਰਿੰਗ। ਤਾਂ ਉਹ ਕਹਿੰਦਾ ਵੀ ਅਗਰ ਤੁਸੀਂ ਉਹਨੂੰ ਚੇਂਜ ਕਰ ਦਿਓ ਉਹਦੇ ਵਿੱਚ ਸਟਰਕਚਰ ਦੇ ਵਿੱਚ, ਤਾਂ ਕੀ ਪ੍ਰਭਾਵ ਪੈ ਸਕਦਾ ਵਾ ਮੋਟਰਸਾਈਕਲ ਦੇ ਉੱਪਰ। ਠੀਕ ਹੈ ਜੀ, ਆਪਸ਼ਨ ਏ ਕਹਿੰਦਾ ਐਰੋਡਾਇਨਾਮਿਕਸ ਐਂਡ ਫਿਊਲ ਕੰਜ਼ੰਪਸ਼ਨ, ਬੀ ਹੈਗਾ ਦਾ ਵਿਜ਼ੀਬਿਲਿਟੀ ਆਫ ਦਾ ਵਹੀਕਲ, ਅਤੇ ਸੀ ਹੈਗਾ ਕਾਸਮੈਟਿਕ ਓਨਲੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਮੋਟਰਸਾਈਕਲ ਦੇ ਐਰੋਡਾਇਨਾਮਿਕਸ ਦੇ ਉੱਪਰ। ਮਤਲਬ ਕਿ ਐਰੋਡਾਇਨਾਮਿਕਸ ਕੀ ਹੁੰਦਾ ਵਾ, ਕਿ ਜਦੋਂ ਆਪਾਂ ਕਿਸੇ ਵੀ ਵਹੀਕਲ ਨੂੰ ਚਲਾ ਰਹੇ ਹਾਂ, ਫੋਰ ਐਗਜ਼ਾਮਪਲ ਜਿਵੇਂ ਆਪਾਂ ਮੋਟਰਸਾਈਕਲ ਨੂੰ ਚਲਾ ਰਹੇ ਹਾਂ, ਤਾਂ ਜਿਹੜਾ ਉਹਦੇ ਨਾਲ ਹਵਾ ਵੱਜ ਕੇ ਉਹਨੂੰ ਇਫੈਕਟ ਕਰ ਰਹੀ ਹੈ ਮੋਟਰਸਾਈਕਲ ਦੀ ਸਪੀਡ ਨੂੰ ਜਾਂ ਉਹਦੀ ਤੇਲ ਦੀ ਖਪਤ ਨੂੰ, ਉਸ ਨੂੰ ਬੋਲਦੇ ਆ ਐਰੋਡਾਇਨਾਮਿਕਸ ਐਂਡ ਫਿਊਲ ਕੰਜ਼ੰਪਸ਼ਨ, ਔਰ ਤੇਲ ਦੀ ਖਪਤ। ਇਹਨਾਂ ਦੋਵਾਂ ਚੀਜ਼ਾਂ ਨੂੰ ਇਫੈਕਟ ਕਰੇਗਾ ਅਗਰ ਆਪਾਂ ਕੁਛ ਉਹਦੀ ਫੇਅਰਿੰਗ ਵਿੱਚ ਚੇਂਜਸ ਕਰਦੇ ਹੈਗੇ ਆ ਮੋਟਰਸਾਈਕਲ ਦੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਵਾਟ ਇਜ਼ ਦਾ ਏਅਰ ਫਿਲਟਰ ਫॉर, ਕਿ ਗੱਡੀ ਦੇ ਵਿੱਚ ਇੱਕ ਏਅਰ ਫਿਲਟਰ ਲੱਗਾ ਹੁੰਦਾ ਹੈ, ਉਹ ਕਹਿੰਦਾ ਇਹ ਕਾਹਦੇ ਵਾਸਤੇ ਹੈਗਾ। ਠੀਕ ਹੈ ਜੀ, ਆਪਸ਼ਨ ਏ ਕਹਿੰਦਾ ਟੂ ਕਲੀਨ ਏਅਰ ਇਨ ਦਾ ਹੀਟਰ, ਬੀ ਹੈਗਾ ਟੂ ਕਲੀਨ ਦਾ ਏਅਰ ਦੈਟ ਮਿਕਸ ਵਿਦ ਫਿਊਲ, ਅਤੇ ਸੀ ਹੈ ਟੂ ਕਲੀਨ ਏਅਰ ਕੂਲਿੰਗ ਦਾ ਇੰਜਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਜਿਹੜਾ ਏਅਰ ਫਿਲਟਰ ਹੈਗਾ ਇਹ ਕਲੀਨ ਕਰਦਾ ਹੈ ਏਅਰ ਨੂੰ, ਕਿਹੜੀ ਏਅਰ ਨੂੰ, ਦੈਟ ਮਿਕਸ ਵਿਦ ਫਿਊਲ, ਜਿਹੜੀ ਕਿ ਸਾਡੇ ਤੇਲ ਦੇ ਨਾਲ ਜਾ ਕੇ ਮਿਕਸ ਹੁੰਦੀ ਹੈਗੀ ਆ ਉਹਨੂੰ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 9 ਨੰਬਰ, ਵਾਟ ਲਾਈਟਸ ਮਸਟ ਆ ਮੋਟਰਸਾਈਕਲ ਹੈਵ ਟਰਨਡ ਔਨ ਡਿਊਰਿੰਗ ਦਾ ਡੇ, ਕਿ ਕਿਹੜੀਆਂ ਲਾਈਟਸ ਇੱਕ ਮੋਟਰਸਾਈਕਲ ਨੂੰ ਔਨ ਕਰਨੀਆਂ ਚਾਹੀਦੀਆਂ ਹੈਗੀਆਂ ਦਿਨ ਦੇ ਦੌਰਾਨ। ਠੀਕ ਹੈ ਜੀ, ਆਪਸ਼ਨ ਹੈਗਾ ਲੋ ਬੀਮ ਔਰ ਡਿਪਡ ਹੈਡਲਾਈਟਸ, ਬੀ ਹੈਗਾ ਨਨ, ਅਤੇ ਸੀ ਹੈਗਾ ਪੋਜੀਸ਼ਨ ਲਾਈਟਸ ਔਰ ਲੋ ਬੀਮ ਲਾਈਟਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਲੋ ਬੀਮ ਔਰ ਡਿਪਡ ਹੈਡਲਾਈਟਸ। ਆਈ ਥਿੰਕ ਹੁਣ ਤੱਕ ਆਪਾਂ ਨੂੰ ਪਤਾ ਚੱਲ ਚੁੱਕਾ ਹੋਗਾ ਜਿਹੜੇ ਲਗਾਤਾਰ ਵੀਡੀਓਜ਼ ਦੇਖ ਰਹੇ ਆ, ਕਿ ਲੋ ਬੀਮ ਹੈਡਲਾਈਟਸ ਔਰ ਡਿਪਡ ਹੈਡਲਾਈਟਸ ਸੇਮ ਹੀ ਹੁੰਦੀਆਂ, ਮਤਲਬ ਉਹਨਾਂ ਦੇ 2 ਅਲੱਗ-ਅਲੱਗ ਨਾਮ ਹੈਗੇ ਆ। ਤਾਂ ਉਹ ਕਹਿੰਦਾ ਵੀ ਇਹ ਤੁਸੀਂ ਜਗਾਉਣੀਆਂ ਹੈਗੀਆਂ ਵਾ। ਠੀਕ ਹੈ,
ਇਹਨੂੰ ਆਪਾਂ ਲੋ ਰੇਂਜ ਹੈਡਲਾਈਟਸ ਵੀ ਕਹਿ ਦਿੰਦੇ ਹੈਗੇ ਆ, ਮਤਲਬ ਕਿ ਘੱਟ ਦੂਰੀ ਦੀਆਂ ਲਾਈਟਾਂ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 10 ਨੰਬਰ ਔਨ ਆ ਰੋਡ ਵਿਦ ਐਨ ਐਡੀਸ਼ਨਲ ਲੇਨ, ਕਿ ਇੱਕ ਰੋਡ ਦੇ ਉੱਪਰ ਜਿੱਥੇ ਕਿ ਇੱਕ ਐਡੀਸ਼ਨਲ ਲੇਨ ਮਤਲਬ ਵਾਧੂ ਲੇਨ ਬਣਾਈ ਗਈ ਹੈ। ਵਹੀਕਲਸ ਡਰਾਈਵਿੰਗ ਔਨ ਦਾ ਹਾਰਡ ਸ਼ੋਲਡਰ, ਔਰ ਵਹੀਕਲ ਗੱਡੀਆਂ ਜਿਹੜੀਆਂ ਕਿ ਡਰਾਈਵ ਕਰ ਰਹੀਆਂ ਚੱਲ ਰਹੀਆਂ ਹਾਰਡ ਸ਼ੋਲਡਰ ਦੇ ਉੱਪਰ, ਮਸਟ ਹੈਵ ਐਟ ਲੀਸਟ, ਕਿ ਘੱਟ ਤੋਂ ਘੱਟ ਉਹਨਾਂ ਨੂੰ ਚਾਹੀਦਾ ਹੈਗਾ ਦਾ ਫੋਲੋਇੰਗ ਔਨ, ਕੀ ਚਾਹੀਦਾ ਉਹਨਾਂ ਨੂੰ ਔਨ ਰੱਖਣਾ। ਆਪਸ਼ਨ ਇਹ ਕਹਿੰਦਾ ਡਿਪਡ ਹੈਡਲਾਈਟਸ ਐਟ ਨਾਈਟ ਐਂਡ ਪਾਰਕਿੰਗ ਲਾਈਟਸ ਡਿਊਰਿੰਗ ਡੇ ਲਾਈਟ। ਵੀ ਹੈਗਾ ਡਿਪਡ ਹੈਡਲਾਈਟਸ ਡਿਊਰਿੰਗ ਡੇ ਲਾਈਟ, ਅਤੇ ਸੀ ਹੈਗਾ ਡਿਪਡ ਹੈਡਲਾਈਟਸ ਡੇ ਐਂਡ ਨਾਈਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਗੱਡੀਆਂ ਨੂੰ ਆਪਣੀਆਂ ਡਿਪਡ ਹੈਡਲਾਈਟਸ ਔਨ ਰੱਖਣੀਆਂ ਚਾਹੀਦੀਆਂ ਡੇ ਐਂਡ ਨਾਈਟ, ਮਤਲਬ ਦਿਨ ਵੇਲੇ ਵੀ ਔਰ ਰਾਤ ਵੇਲੇ ਵੀ, ਔਰ ਇਹ ਬਾਈ ਟ੍ਰੈਫਿਕ ਰੂਲਸ ਜ਼ਰੂਰੀ ਹੈਗਾ ਜਦੋਂ ਵੀ ਆਪਾਂ ਕਿਸੇ ਐਡੀਸ਼ਨਲ ਲੇਨ ਦੇ ਵਿੱਚ ਚੱਲਦੇ ਹਾਂ ਤਾਂ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 11 ਨੰਬਰ, ਕੈਨ ਮੋਟਰਸਾਈਕਲਸ, ਮੋਪੇਡਸ ਔਰ ਵਹੀਕਲਸ ਵਿਦ 3 ਵਹੀਲਸ ਟੋ ਆ ਟ੍ਰੇਲਰ ਔਰ ਸੈਮੀ ਟ੍ਰੇਲਰ, ਕਿ ਜਿਹੜੇ ਮੋਟਰਸਾਈਕਲ ਹੈਗੇ ਜਾਂ ਫਿਰ ਮੋਪੇਡ ਹੈਗੀ ਹੈ ਜਾਂ ਫਿਰ ਹੋਰ ਵਹੀਕਲ ਜਿਨ੍ਹਾਂ ਦੇ ਕਿ 3 ਪਹੀਏ ਹੈਗੇ ਆ, 3 ਪਹੀਆਂ ਵਾਲੇ ਵਹੀਕਲ, ਉਹ ਆਪਣੇ ਪਿੱਛੇ ਖਿੱਚ ਸਕਦੇ ਹੈਗੇ ਇੱਕ ਟ੍ਰੇਲਰ ਨੂੰ, ਜਾਂ ਫਿਰ ਸੈਮੀ ਟ੍ਰੇਲਰ ਹੁੰਦਾ ਜਿਹੜਾ ਛੋਟਾ ਟ੍ਰੇਲਰ ਹੈ ਉਹਨੂੰ। ਆਪਸ਼ਨ ਇਹ ਕਹਿੰਦਾ ਯੈਸ, ਐਜ਼ ਲੌਂਗ ਐਜ਼ ਇਟ ਇਜ਼ ਡੇ ਟਾਈਮ ਐਂਡ ਅੰਡਰ ਕੰਡੀਸ਼ਨਸ that do not limit visibility among other conditions। B ਹੈਗਾ no, ਤੇ C ਹੈਗਾ yes and they can transport people in the trailer। ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਹਾਂ ਉਹ ਆਪਣੇ ਪਿੱਛੇ ਟ੍ਰੇਲਰ ਖਿੱਚ ਕੇ ਲੈ ਕੇ ਜਾ ਸਕਦੇ ਹੈ, ਲੇਕਿਨ ਸ਼ਰਤ ਹੈਗੀ ਹੈ ਐਜ਼ ਲੌਂਗ ਐਜ਼ ਇਟ ਇਜ਼ ਡੇ ਟਾਈਮ, ਕਿ ਜਦ ਤੱਕ ਡੇ ਟਾਈਮ ਹੈਗਾ ਮਤਲਬ ਦਿਨ ਦਾ ਸਮਾਂ ਹੈਗਾ, ਐਂਡ ਅੰਡਰ ਕੰਡੀਸ਼ਨਸ ਦੈਟ ਡੂ ਨਾਟ ਲਿਮਟ ਵਿਜ਼ੀਬਿਲਟੀ, ਔਰ ਉਸ ਤੋਂ ਬਾਅਦ ਹਾਲਾਤ ਇੱਦਾਂ ਦੇ ਨਹੀਂ ਹੈਗੇ ਕਿ ਜਿਹਦੇ ਨਾਲ ਵਿਜ਼ੀਬਿਲਟੀ ਜਿਹੜੀ ਹੈਗੀ ਆ ਉਹ ਘੱਟ ਹੋਵੇ ਅਮੰਗ ਅਦਰ ਕੰਡੀਸ਼ਨ, ਉਸ ਤੋਂ ਬਾਕੀ ਦੀਆਂ ਕੰਡੀਸ਼ਨਾਂ ਦੇ ਨਾਲ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 12 ਨੰਬਰ, ਵਾਟ ਇਜ਼ ਅ ਕਨਵਰਟਡ ਪ੍ਰਾਈਵੇਟ ਕਾਰ ਯੂਜ਼ਡ ਫॉर। ਕਨਵਰਟਰ ਪ੍ਰਾਈਵੇਟ ਕਾਰ ਮਤਲਬ ਕਿੱਦਾਂ, ਕਿ ਉਹਨੂੰ ਚੇਂਜ ਕੀਤਾ ਗਿਆ, ਕਨਵਰਟ ਕੀਤਾ ਗਿਆ ਇੱਕ ਨੋਰਮਲ ਕਾਰ ਤੋਂ, ਤਾਂ ਉਹ ਆਪਾਂ ਕਾਹਦੇ ਲਈ ਵਰਤ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਆਪਸ਼ਨ ਇਹ ਕਹਿੰਦਾ ਟਰਾਂਸਪੋਰਟ ਆਫ ਪਰਸਨਸ ਐਕਸਕਲੂਸਿਵਲੀ, ਬੀ ਹੈਗਾ ਟਰਾਂਸਪੋਰਟ ਆਫ ਪਰਸਨਸ ਐਂਡ ਗੁਡਸ ਸਿਮultaneously ਔਰ ਨਾਟ, ਸੀ ਹੈਗਾ ਟਰਾਂਸਪੋਰਟ ਆਫ ਗੁਡਸ ਐਕਸਕਲੂਸਿਵਲੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਹੈਗਾ ਸਾਡੇ ਕੋਲ ਆਪਸ਼ਨ ਬੀ ਜੀ, ਕਿ ਆਪਾਂ ਟਰਾਂਸਪੋਰਟ ਕਰ ਸਕਦੇ ਹਾਂ ਪਰਸਨ ਨੂੰ ਮਤਲਬ ਲੋਕਾਂ ਨੂੰ, ਐਂਡ ਗੁਡਸ ਮਤਲਬ ਚੀਜ਼ਾਂ ਨੂੰ, ਦੋਵਾਂ ਨੂੰ। ਸਿਮultaneously ਦਾ ਮਤਲਬ ਹੁੰਦਾ ਹੈ ਕਿ ਨਾਲ ਨਾਲ ਦੋਵਾਂ ਨੂੰ ਵੀ ਲੈ ਕੇ ਜਾ ਸਕਦੇ ਹਾਂ ਆਪਾਂ, ਪਰਸਨ ਨੂੰ ਵੀ ਅਤੇ ਗੁਡਸ ਨੂੰ ਵੀ, ਔਰ ਜਾਂ ਨਹੀਂ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। ਵਾਟ ਫੈਕਟਰਸ ਇਨਫਲੂਐਂਸ ਐਨ ਐਕਸੀਡੈਂਟ, ਕਿ ਕਿਹੜੇ ਫੈਕਟਰਸ ਹੁੰਦੇ ਆ, ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਐਕਸੀਡੈਂਟ ਨੂੰ ਪ੍ਰਭਾਵਿਤ ਕਰਦੀਆਂ, ਜਾਂ ਫਿਰ ਦੂਜੇ ਸ਼ਬਦਾਂ 'ਚ ਆਪਾਂ ਕਹੀਏ ਤਾਂ ਕਿੰਨਾਂ ਚੀਜ਼ਾਂ ਦੇ ਕਰਕੇ ਇੱਕ ਐਕਸੀਡੈਂਟ ਹੁੰਦਾ ਹੈਗਾ। ਠੀਕ ਹੈ ਜੀ, ਆਪਸ਼ਨ ਇਹ ਕਹਿੰਦਾ ਦਾ ਹਿਊਮਨ ਫੈਕਟਰ, ਰੋਡ ਕੰਡੀਸ਼ਨ ਐਂਡ ਐਨਵਾਇਰਮੈਂਟ ਫੈਕਟਰ ਐਂਡ ਵਹੀਕਲ ਫੈਕਟਰ। ਬੀ ਹੈਗਾ ਓਨਲੀ ਦਾ ਰੋਡ ਕੰਡੀਸ਼ਨ ਫੈਕਟਰ ਐਂਡ ਦਾ ਹਿਊਮਨ ਫੈਕਟਰ, ਅਤੇ ਸੀ ਹੈ ਓਨਲੀ ਦਾ ਹਿਊਮਨ ਫੈਕਟਰ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਕਿਸੇ ਵੀ ਐਕਸੀਡੈਂਟ ਨੂੰ 4 ਚੀਜ਼ਾਂ ਪ੍ਰਭਾਵਿਤ ਕਰਦੀਆਂ। ਸਭ ਤੋਂ ਉੱਪਰ ਹੁੰਦਾ ਹਿਊਮਨ ਫੈਕਟਰ, ਮਤਲਬ ਕਿ ਜਿਹੜਾ ਪਰਸਨ ਗੱਡੀ ਚਲਾ ਰਿਹਾ ਜਾਂ ਫਿਰ ਦੂਸਰੇ ਪਾਸੇ ਕੋਈ ਗੱਡੀ ਚਲਾ ਰਿਹਾ, ਉਹਦੇ 'ਚ ਸਭ ਤੋਂ ਮੇਨ ਫੈਕਟਰ ਹੈਗਾ ਵਾ ਕਿ ਇੱਕ ਪਰਸਨ ਹਿਊਮਨ ਦਾ, ਮਨੁੱਖ ਦਾ। ਉਸ ਤੋਂ ਬਾਅਦ ਹੁੰਦੀ ਹੈ ਰੋਡ ਕੰਡੀਸ਼ਨ, ਕਿ ਰੋਡ ਦੀ ਹਾਲਾਤ ਕਿੱਦਾਂ ਦੀ, ਉਹਦੇ ਕਰਕੇ ਵੀ ਮਤਲਬ ਪ੍ਰਭਾਵਿਤ ਹੁੰਦੇ ਐਕਸੀਡੈਂਟ।
ਥਰਡ ਹੁੰਦਾ ਐਨਵਾਇਰਮੈਂਟ ਫੈਕਟਰ, ਮਤਲਬ ਕਿ ਵਾਤਾਵਰਨ ਕਿੱਦਾਂ ਦਾ, ਜਿਵੇਂ ਕਿ ਭਾਰੀ ਮੀਂਹ ਦੇ ਵਿੱਚ ਜਾਂ ਬਹੁਤ ਜ਼ਿਆਦਾ ਬਰਫ਼ ਦੇ ਵਿੱਚ ਵੀ ਐਕਸੀਡੈਂਟ ਹੁੰਦੇ ਹੈਗੇ ਆ, ਤਾਂ ਉਹ ਫੈਕਟਰ ਵੀ ਹੈਗਾ ਹੈ ਨਾ। ਉਸ ਤੋਂ ਬਾਅਦ ਆਉਂਦਾ ਚੌਥੇ ਨੰਬਰ 'ਤੇ ਵਹੀਕਲ ਫੈਕਟਰ, ਕਿ ਕਈ ਵਾਰੀ ਕੀ ਹੁੰਦਾ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ, ਤਾਂ ਗੱਡੀ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਸਾਡਾ ਐਕਸੀਡੈਂਟ ਹੋ ਜਾਂਦਾ, ਤਾਂ ਵਹੀਕਲ ਫੈਕਟਰ ਵੀ ਇੱਕ ਕਾਰਨ ਬਣਦਾ ਵਾ ਐਕਸੀਡੈਂਟ ਦਾ, ਇਨਫਲੂਐਂਸ ਕਰਦਾ ਵਾ ਇੱਕ ਐਕਸੀਡੈਂਟ ਨੂੰ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ, ਇਫ ਯੂ ਆਰ ਇਨਵੋਲਵਡ ਇਨ ਐਨ ਐਕਸੀਡੈਂਟ, ਕਿ ਅਗਰ ਤੁਸੀਂ ਇੱਕ ਐਕਸੀਡੈਂਟ ਵਿੱਚ ਸ਼ਾਮਿਲ ਹੈਗੇ ਹੋ, ਹੈ ਨਾ। ਇਨਵੋਲਵਡ ਮਤਲਬ ਸ਼ਾਮਿਲ ਹੈਗੇ ਹੋ, ਵਿਦ ਸਵੀਅਰ ਇੰਜਰੀਜ਼ ਮਤਲਬ ਕਿ ਬਹੁਤ ਜ਼ਿਆਦਾ ਜ਼ਖਮਾਂ ਦੇ ਨਾਲ। ਯੂ ਮਸਟ ਤੁਹਾਨੂੰ ਚਾਹੀਦਾ ਹੈ, ਕੀ ਚਾਹੀਦਾ ਹੈਗਾ। ਆਪਸ਼ਨ ਇਹਦੇ 'ਚ ਕਹਿੰਦਾ ਰਿਮੇਨ ਐਟ ਦਾ ਸੀਨ ਆਫ ਦਾ ਐਕਸੀਡੈਂਟ ਅੰਟਿਲ ਟ੍ਰੈਫਿਕ ਆਫਿਸਰਸ ਅਰਾਈਵ। ਬੀ ਹੈਗਾ ਵੇਟ ਅੰਟਿਲ ਦਾ ਇੰਜਰਡ ਪਰਸਨਸ ਰਿਕਵਰ, ਅਤੇ ਸੀ ਹੈਗਾ ਲੀਵ ਆਫਟਰ ਨੋਟੀਫਾਈਂਗ ਐਂਡ ਪ੍ਰੋਵਾਈਡਿੰਗ ਯੂਅਰ ਪਰਸਨਲ ਇਨਫੋਰਮੇਸ਼ਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਸਾਨੂੰ ਰਿਮੇਨ ਮਤਲਬ ਕਿ ਸਾਨੂੰ ਰੁਕਣਾ ਪਏਗਾ ਐਟ ਦਾ ਸੀਨ ਆਫ ਦਾ ਐਕਸੀਡੈਂਟ, ਜਿਹੜਾ ਕਿ ਐਕਸੀਡੈਂਟ ਦਾ ਸੀਨ ਹੈਗਾ ਵਾ, ਉਹ ਜਗ੍ਹਾ ਹੈਗੀ ਆ, ਉੱਥੇ ਸਾਨੂੰ ਰੁਕਣਾ ਪਏਗਾ। ਅੰਟਿਲ ਤਦ ਤੱਕ ਟ੍ਰੈਫਿਕ ਆਫਿਸਰ ਅਰਾਈਵ, ਜਦ ਤੱਕ ਕਿ ਟ੍ਰੈਫਿਕ ਆਫਿਸਰਸ ਉੱਥੇ ਪਹੁੰਚ ਨਹੀਂ ਜਾਂਦੇ ਹੈਗੇ। ਮਤਲਬ ਕਿ ਆਪਾਂ ਇਹ ਨਹੀਂ ਕਿ ਜਦੋਂ ਅਸੀਂ ਐਕਸੀਡੈਂਟ ਵਿੱਚ ਸ਼ਾਮਿਲ ਹੋਵਾਂਗੇ ਅਸੀਂ ਬਿਲਕੁਲ ਵੀ ਉਸ ਜਗ੍ਹਾ ਨੂੰ ਛੱਡ ਨਹੀਂ ਸਕਦੇ ਹੈਗੇ, ਜਦ ਤੱਕ ਕਿ ਟ੍ਰੈਫਿਕ ਆਫਿਸਰ ਉੱਥੇ ਆ ਨਹੀਂ ਜਾਂਦੇ, ਕੋਈ ਦੇਖ ਲੈਂਦੇ ਕਿਹਦੀ ਗਲਤੀ ਹੈਗੀ ਹੈ ਕਿਹਦੀ ਨਹੀਂ ਹੈਗੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 15 ਨੰਬਰ, ਵੈਨ ਡਜ਼ ਦਾ ਸਪੀਡ ਲਿਮਿਟ ਇੰਪੋਜ਼ਡ ਬਾਈ ਦਿਸ ਸਾਈਨ ਐਂਡ, ਕਿ ਕਦੋਂ ਜਿਹੜੀ ਸਪੀਡ ਲਿਮਿਟ ਹੈਗੀ ਆ ਲਗਾਈ ਗਈ ਇਸ ਸਾਈਨ ਦੇ ਰਾਹੀਂ ਉਹ ਖਤਮ ਹੋਏਗੀ। ਠੀਕ ਹੈ ਜੀ, ਆਪਸ਼ਨ ਏ ਕਹਿੰਦਾ ਵੈਨ ਯੂ ਐਗਜ਼ਿਟ ਦਾ ਕ੍ਰਾਸ ਰੋਡ, ਬੀ ਹੈਗਾ ਵੈਨ ਯੂ ਰੀਚ ਐਨ ਐਂਡ ਆਫ ਪ੍ਰੋਬੇਸ਼ਨ ਸਿਗਨਲ, ਅਤੇ ਸੀ ਹੈਗਾ ਆਫਟਰ ਗੋਇੰਗ ਥਰੂ ਦਾ ਨੈਕਸਟ ਇੰਟਰਸੈਕਸ਼ਨ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ ਵੈਨ ਯੂ ਰੀਚ ਜਦੋਂ ਤੁਸੀਂ ਪਹੁੰਚਦੇ ਹੋ ਐਨ ਐਂਡ ਆਫ ਪ੍ਰੋਬੇਸ਼ਨ, ਕਿ ਜਿੱਥੇ ਕਿ ਜਿਹੜੀ ਵੀ ਪ੍ਰੋਬੇਸ਼ਨ ਲਾਈ ਗਈ ਹੈ, ਮਨਾਹੀ ਕੀਤੀ ਗਈ ਹੈ, ਉਹਦਾ ਖਤਮ ਹੋਣ ਦਾ ਸਿਗਨਲ ਆ ਜਾਂਦਾ ਵਾ, ਤਾਂ ਉਦੋਂ ਇਹ ਸਪੀਡ ਲਿਮਿਟ ਖਤਮ ਹੋ ਜਾਵੇਗੀ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਅਤੇ ਇਸ ਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ, ਬਾਕੀ ਵੀਡੀਓ ਇਸ ਤਰ੍ਹਾਂ ਇੱਥੇ ਖਤਮ ਕਰਦੇ ਹਾਂ। ਬਾਕੀ ਦੇ ਜਿਹੜੇ 15 ਕੁਐਸਚਨ ਹੈ ਆਪਾਂ ਨੈਕਸਟ ਵੀਡੀਓ 'ਚ ਕਵਰ ਕਰਾਂਗੇ। ਵੀਡੀਓਜ਼ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਅਗਰ ਵਧੀਆ ਲੱਗੀ, ਔਰ ਆਪਣੇ ਫਰੈਂਡਸ ਔਰ ਜਿਹੜੇ ਵੀ ਕੋਈ ਤੁਹਾਡੇ ਨਾਲ ਦੇ ਕਰਨਾ ਚਾਹੁੰਦੇ ਇੰਗਲਿਸ਼ ਵਿੱਚ ਡਰਾਈਵਿੰਗ ਲਾਇਸੈਂਸ, ਉਹਨਾਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰੋ। ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਬਾਕੀ ਦੇ ਪਾਰਟ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।